मैं हरकिरत सिंह बल। गुड मॉर्निंग संगत वेख रहे हो तुसी। मेरे नाल ने स्टूडियो दे विच साडे सत्कारयोग सीनियर मदनदीप सिंह जी। जे गल कीती जावे कल नूं 27 फरवरी भगत रविदास जी का प्रकाश दिहाड़ा है। सारियां संगतां नूं दुआरा फेर वधाइयां दिंदियां, लख लख वधाइयां होण सारियां नूं। रविदास भगत जी का जिहड़ा संकल्प सी, मुख संकल्प जिन्हों असीं कहंदे आं बेगमपुरा शहर का नाव, दुख अदोहो नहीं तै ठाओ। ਉਹਦੀ ਜੇ ਵਿਆਖਿਆ ਕਰਨ ਲਈ ਸਮਾਂ ਬਹੁਤ ਚਾਹੀਦਾ, ਪਰ ਸਮੇਂ ਦੀ ਅਣਹੋਂਦ ਕਰਕੇ ਅਸੀਂ ਦੋ ਸ਼ਬਦਾਂ 'ਚ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਤੁਹਾਡਾ ਨਾਮ? ਬਲ ਸਾਹਿਬ, ਤੁਹਾਨੂੰ ਤੇ ਤੁਹਾਡੇ ਬਹੁਤ ਸਤਿਕਾਰਯੋਗ ਮਹਿਮਾਨ ਜਿਹੜੇ ਨੇ ਕੋ ਪ੍ਰੈਜ਼ੈਂਟਰ ਕਹਿ ਲਓ ਗਗਨਦੀਪ ਸਿੰਘ ਜੀ ਤੇ ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੋਗਲ ਸਾਹਿਬ ਜੀ। ਹਾਂਜੀ ਹਾਂਜੀ, ਕਿਵੇਂ? ਠੀਕ ਠਾਕ ਹੋ? ਹਾਂਜੀ, ਕਿਰਪਾ ਜੀ ਅਕਾਲ ਪੁਰਖ ਵਾਹਿਗੁਰੂ ਦੀ ਚੜ੍ਹਦੀ ਕਲਾ। ਤੁਸੀਂ ਸੁਣਾਓ? ਬਸ ਠੀਕ ਠਾਕ ਆ, ਬਿਲਕੁਲ ਠੀਕ ਠਾਕ ਆ। ਮੈਂ ਕਿਹਾ ਚਲੋ ਹਾਜ਼ਰੀ ਭਰੀ ਆ। ਸਾਡੇ ਮਿੱਤਰ ਰੰਧਾਵਾ ਸਾਹਿਬ ਤੇ ਦੂਸਰੇ ਸਾਡੇ ਵੀਰ ਜੀ ਉਹ ਹਾਜ਼ਰੀ ਭਰ ਗਏ ਨੇ। ਜੀ ਜੀ ਜੀ। ਹਾਂ, ਤੇ ਉਹਨਾਂ ਨੇ ਜਿਹੜਾ ਕਿਸਾਨੀ ਦਾ ਪੱਖ ਤੇ ਗੱਲ ਕੀਤੀ, ਮੈਂ ਉਸ ਤੇ ਗੱਲ ਨਹੀਂ ਕਰੀ। ਮੈਂ ਇੱਕ ਹੋਰ ਪੱਖ ਪੇਸ਼ ਕਰਨ ਦਾ ਮੇਰੇ ਚਾਹ ਪੀ ਕੇ ਮੇਰੇ ਖਿਆਲ ਆਇਆ ਜੀ ਬਲ ਸਾਹਿਬ। ਉਹ ਇਹ ਆ ਜਿਹੜੇ ਮੋਹਨ ਭਾਰਤ ਤੁਹਾਡੇ ਥੱਲੇ ਹਾਂਜੀ ਹਾਂਜੀ ਉਸ ਤੇ ਵੀ ਗੱਲ ਕਰਨੀ ਹੈ ਜੀ ਅਸੀਂ। ਹਾਂਜੀ ਅਖੰਡ ਭਾਰਤ ਵਕਾਲਤ ਕਰ ਰਹੇ ਨੇ ਜੀ। ਮੈਂ ਤੇ ਮੇਰਾ ਵਿਚਾਰ ਇਹ ਆ, ਮੈਂ ਇਸ ਵਿਚਾਰ ਦਾ ਧਾਰਨੀ ਆ ਵੀ ਜੇ ਅਖੰਡ ਭਾਰਤ ਬਣਾਉਣਾ ਹੀ ਆ, ਇਹਦੀ ਵਕਾਲਤ ਕਰਦੇ ਨੇ ਇਹ, ਤੇ ਅਖੰਡ ਭਾਰਤ ਫਿਰ ਗਿਣਤੀ ਨਾਲ ਕਿਉਂ ਗੁਣਾ ਕਰਕੇ ਕਿਉਂ ਨਹੀਂ? ਜਿਹਨੇ ਵਿੱਚ ਗੁਣ ਜ਼ਿਆਦਾ ਨੇ, ਗਿਣਤੀ ਕਰਕੇ ਕਿਉਂ ਫਿਰ ਗਿਣਤੀ ਜ਼ਿਆਦਾ ਆ ਇਹਨਾਂ ਦੀ? ਤੇ ਨੰਬਰ 2, ਜੇ ਅਖੰਡ ਭਾਰਤ ਕਰਨਾ ਹੀ ਆ ਇਹਨਾਂ ਨੇ, ਭਗਵਤ ਹੋਣਾ ਨੇ, RSS ਜਾਂ BJP ਵਾਲਿਆਂ ਨੇ, ਇਹਨਾਂ ਦਾ ਆਦਾ ਜਿਹੜਾ ਹੈਗਾ ਹੀ ਆ ਇਹ, ਤਾਂ ਫਿਰ ਕਹਿਣੀ ਕਰਕੇ ਕਿਉਂ ਇਹ ਅਖੰਡ ਭਾਰਤ ਬਣਾਉਣਾ ਹੈ? ਕਰਨੀ ਕਰਕੇ ਕਿਉਂ ਨਹੀਂ ਜੀ? ਕਰਨੀ ਕਰਕੇ ਨਹੀਂ ਹੈ। ਮੈਂ ਤੁਹਾਨੂੰ ਉਦਾਹਰਨ ਕੋਲ ਦੇਣਾ ਵੀ ਜੇ ਅਖੰਡ ਭਾਰਤ ਹੋਣਾ ਚਾਹੀਦਾ, ਬਹੁਤ ਚੰਗੀ ਗੱਲ। ਮੈਂ ਨਹੀਂ ਇਹਦੇ ਖਿਲਾਫ, ਮੈਂ ਕਹਿੰਦਾ ਹੈ, ਲੇਕਿਨ ਹਕੀਕਤ ਕੁਝ ਹੋਰ ਵਾ ਜੀ। ਹੁਣ ਜੇ ਅਖੰਡ ਭਾਰਤ ਜੇ ਬਣਾਉਣਾ ਹੀ ਆ, ਇਹਦੇ ਚਾਹਵਾਨ ਹੈਗੇ ਨੇ, ਤਾਂ ਫਿਰ ਤੇ ਉਹਨਾਂ ਦੀ ਅਖੰਡ ਭਾਰਤ ਦੀ ਵਾਗਡੋਰ ਉਹਨਾਂ ਦੇ ਹੱਥ ਵਿੱਚ ਕਿਉਂ ਨਹੀਂ ਹੋਣੀ ਚਾਹੀਦੀ, ਜਿਨ੍ਹਾਂ ਨੇ 85% 85% ਮੁਲਕ ਨੂੰ ਆਜ਼ਾਦ ਕਰਾਉਣ ਵਿੱਚ ਕੁਰਬਾਨੀਆਂ ਦਿੱਤੀਆਂ ਹੋਣ ਜੀ। ਸੋਚ ਕੇ ਦੇਖੋ, ਜਿਨ੍ਹਾਂ ਨੇ ਭਾਵੇਂ ਖਾਲਸਾ ਉਸ ਵੇਲੇ ਮੁੱਠੀ ਭਰ ਖਾਲਸਾ ਸੀਗਾ, ਗਿਣਤੀ ਜਿੱਦਾਂ ਮੈਂ ਕਹਿ ਕੇ ਹਟਿਆ ਵੀ ਗਿਣਤੀ ਘੱਟ ਸੀਗੀ, ਪਰ ਗੁਣ ਜ਼ਿਆਦਾ ਸੀ ਉਹਨਾਂ ਦੇ ਵਿੱਚ। ਉਹ ਗੁਣਾਂ ਦੇ ਆਧਾਰ ਤੇ ਸੀ, ਗਿਣਤੀ ਦੇ ਨਹੀਂ। ਤੇ ਜਿਨ੍ਹਾਂ ਨੇ ਗਿਣਤੀ ਥੋੜੀ ਹੋਣ ਦੇ ਬਾਵਜੂਦ ਵੀ ਮੁਗਲਾਂ ਨੂੰ ਦੌੜਾਇਆ, ਇੱਥੋਂ ਅੰਗਰੇਜ਼ਾਂ ਨੂੰ ਇੱਥੋਂ ਦੌੜਾਇਆ, ਭਾਵੇਂ ਆਪਣਾ ਕੱਖ ਨਾ ਰਿਹਾ, ਆਪਣੀਆਂ ਕੁਰਬਾਨੀਆਂ ਜਿੰਨੀਆਂ ਚਾਹੀਦੀਆਂ ਸੀ ਸਮੇਂ ਨੂੰ ਦਿੱਤੀਆਂ ਕੁਰਬਾਨੀਆਂ, ਤੇ ਫਿਰ ਉਹਨਾਂ ਦਾ ਅੱਜ ਵੀ ਉਹੀ ਹਾਲ ਵਾ। ਜਿਹੜਾ ਇਸ ਤਰ੍ਹਾਂ ਅਖੰਡ ਭਾਰਤ ਜਿਹੜੀ ਆ ਨਾ, ਇਹ ਅਖੰਡ ਭਾਰਤ ਠੀਕ ਨਹੀਂ ਹੈ ਇਹ ਮੇਰੇ ਹਿਸਾਬ ਦੇ ਨਾਲ। ਬਲ ਸਾਹਿਬ, ਤੁਸੀਂ ਮੇਰਾ ਮੈਸੇਜ ਸਮਝ ਹੋ ਨਾ? ਜੀ ਜੀ। ਮੈਸੇਜ ਅਖੰਡ ਭਾਰਤ ਜੇ ਬਣਾਉਣਾ ਹੀ ਆ, ਤੇ ਉਹਨਾਂ ਦੇ ਹੱਥ 'ਚ ਕਿਉਂ ਨਹੀਂ ਵਾਗਡੋਰ, ਜਿਹਨਾਂ ਨੇ 85% ਕੁਰਬਾਨੀਆਂ ਦਿੱਤੀਆਂ ਆ? ਉਹਨਾਂ ਸਗੋਂ ਜਿਹਨਾਂ ਨੇ 85% ਕੁਰਬਾਨੀਆਂ ਦਿੱਤੀਆਂ ਭਾਰਤ ਦੇ ਆਜ਼ਾਦੀ ਵਾਸਤੇ, ਉਹਨਾਂ ਦਾ ਅੱਜ ਕੀ ਹਾਲ ਵਾ ਕਿਹਨੂੰ ਨਹੀਂ ਪਤਾ ਅੱਜ। ਸਗੋਂ ਇਹਨਾਂ ਨੂੰ ਵਾਗਡੋਰ, ਅਖੰਡ ਭਾਰਤ ਦੀ ਵਾਗਡੋਰ, ਜੇਕਰ ਇਹ ਇਮਾਨਦਾਰ ਹੋਣ ਤਦ, ਜੇਕਰ ਸੱਚੀ ਮੁੱਚੀ ਇਹ ਇਮਾਨਦਾਰ ਨੇ, ਧਰਮੀ ਲੋਕ ਨੇ, ਤਾਂ ਇਹ ਅਖੰਡ ਭਾਰਤ ਦੀ ਜਿਹੜੀ ਵਾਗਡੋਰ ਵਾ, ਉਹ ਮਰਦ ਅਗੰਮੜੇ ਦੇ ਪੈਰੋਕਾਰਾਂ ਦੇ ਹੱਥ 'ਚ ਹੋਣੀ ਚਾਹੀਦੀ ਆ ਜੀ। ਤੇ ਉਹ ਮਰਦ ਅਗੰਮੜੇ ਕੌਣ ਹੁੰਦੇ ਨੇ? ਮੈਂ ਦੋ ਬੰਦ ਬੋਲ ਕੇ, ਥੋੜੀਆਂ ਲਾਈਨਾਂ ਬੋਲ ਕੇ ਤੁਹਾਨੂੰ ਮੈਂ ਖਿਮਾ ਲੈ ਲੈਣੀ। ਮੈਂ ਤੁਹਾਡੇ ਹੋਰ ਵੀ ਕਾਲਰ ਹੋਣਗੇ, ਮੈਂ ਤਾਂ ਇਹ ਕਿਹਾ ਮਰਦ ਅਗੰਮੜੇ ਦੇ ਪੈਰੋਕਾਰਾਂ ਦੇ, ਕਿ ਉਹ ਕੌਣ ਹੁੰਦੇ ਨੇ, ਉਹਨਾਂ ਦੇ ਗੁਣ ਦੇਖੋ। ਜਿਹੜੇ ਗੁਣ ਇਹ ਆ ਨਾ ਵੀ ਲਾਠੀ ਚਾਰਜ, ਆਹ ਕਰੋ, ਮਾਰੋ, ਕੁੱਟੋ, ਇਹ ਨਹੀਂ ਹੈ, ਇਹ ਗੁਣ ਨਹੀਂ ਹੈ ਮਰਦ ਅਗੰਮੜੇ ਦੇ ਪੈਰੋਕਾਰਾਂ 'ਚ ਜੀ। ਲਓ ਸੁਣੋ ਫਿਰ, ਲਿਖਿਆ ਵੀ ਮਰਦ ਅਗੰਮੜੇ ਜ਼ਿੰਦਗੀ ਦੀਆਂ ਗਮਗੀਨ ਘੜੀਆਂ ਨੂੰ, ਮਰਦ ਅਗੰਮੜੇ ਜ਼ਿੰਦਗੀ ਦੀਆਂ ਗਮਗੀਨ ਘੜੀਆਂ ਨੂੰ ਸੁਪਨੇ ਵਿੱਚ ਵੀ ਕਦੇ ਸਵੀਕਾਰ ਨਹੀਂ ਕਰਦੇ। ਓਏ ਚੜ੍ਹਦੀ ਕਲਾ 'ਚ ਰੋਮ ਰੋਮ ਨਜ਼ਰ ਆਵੇ, ਧਰਤੀ ਮਈਆ ਤੇ ਕਦੇ ਪਹਾੜ ਨਹੀਂ ਬਣਦੇ ਜੀ। ਬਈ ਅੰਦਰੋਂ ਬਗਲੇ ਤੇ ਬਾਹਰੋਂ ਪਰਮਹੰਸ ਜਿਹੜੇ, ਆਹੀ ਕੁਛ ਹੋ ਰਿਹਾ ਨਾ ਉੱਥੇ ਹੁਣ। ਹਾਂਜੀ, ਅੰਦਰੋਂ ਬਗਲੇ ਤੇ ਬਾਹਰੋਂ ਪਰਮਹੰਸ ਜਿਹੜੇ, ਉਹ ਦੀਨਾਂ ਦੁਖੀਆਂ ਦੇ ਕਦੇ ਯਾਰ ਨਹੀਂ ਬਣਦੇ। ਓਏ ਆਪਣੇ ਵਤਨ ਦੇ ਜਿਹੜੇ ਵਫਾਦਾਰ ਹੁੰਦੇ, ਉਹ ਆਪਣਿਆਂ ਲਈ ਕਦੇ ਖਾਰ ਨਹੀਂ ਬਣਦੇ ਜੀ।
ਇਹ ਖਾਰਬਾ ਅੱਜ ਦੇਖੋ ਤਾਂ ਕੀ ਹੋ ਰਿਹਾ ਨਾ, ਉਹਨਾਂ ਨੇ ਜਿਨ੍ਹਾਂ ਨੇ 85% ਕੁਰਬਾਨੀਆਂ ਦਿੱਤੀਆਂ ਤੇ ਅਗਲਾ ਬੰਦ ਬੋਲ ਕੇ ਤੁਹਾਤੋਂ ਖੇਮਾ ਬਾਲ ਸਾਹਿਬ ਲਿਖਿਆ ਬਈ ਭਾਵੇਂ ਮਹਿਲ ਮਾੜੀਆਂ ਜਾਣ ਖੁਸ਼ ਹੱਥੋਂ, ਭਾਵੇਂ ਮਹਿਲ ਮਾੜੀਆਂ ਜਾਣ ਖੁਸ਼ ਹੱਥੋਂ, ਨਾਲ ਹੋਵੇ ਨਾ ਅਸਾਰ ਸੰਸਾਰ ਭਾਵੇਂ, ਓਏ ਮਿੱਤਰ ਪਿਆਰੇ ਨੂੰ ਰੱਖੇ ਯਾਦ ਹਰਦਮ, ਨਾਲ ਹੋਵੇ ਨਾ ਆਪਣਾ ਪਰਿਵਾਰ ਭਾਵੇਂ ਜੀ। ਬਈ ਮਰਦ ਅਗੰਮੜੇ ਅਗੰਮ ਦੀਆਂ ਪਾ ਬਾਤਾਂ, ਆ ਗੁਣ ਦੇਖੋ ਮਰਦ ਅਗੰਮੜੇ, ਉਹਨਾਂ ਨੂੰ ਮੈਂ ਤਾਂ ਕਹਿਣਾ ਪਿਆ ਉਹਨਾਂ ਦੇ ਹੱਥ 'ਚ ਵਾਗਡੋਰ ਆ ਗਈ ਤਾਂ ਅਖੰਡ ਭਾਰਤ ਅਵਸ਼ ਬਣ ਸਕਦਾ, ਵਧੀਆ ਬਣ ਸਕਦਾ ਜੀ। ਮਰਦ ਅਗੰਮੜੇ ਅਗੰਮ ਦੀਆਂ ਪਾ ਬਾਤਾਂ, ਬਾਤਾਂ ਬਾਤਾਂ ਵਿੱਚ ਬਾਤਾਂ ਸਮਝਾ ਜਾਂਦੇ, ਓਏ ਪੈਦਾ ਕਰਨੇ ਪਤ ਨਪਤਿਆਂ ਦੀ ਪੈੜਾ ਨਵੀਆਂ ਜਹਾਨ ਤੇ ਪਾ ਜਾਂਦੇ। ਬਈ ਪ੍ਰੇਮਾ ਭਗਤੀ ਚੋਂ ਗੈਬੀ ਪਾ ਸ਼ਕਤੀ ਜੀ, ਪ੍ਰੇਮਾ ਭਗਤੀ ਚੋਂ ਗੈਬੀ ਪਾ ਸ਼ਕਤੀ, ਹੁਕਮ ਸੱਚੇ ਦਾ ਸੱਚਾ ਫਰਮਾ ਜਾਂਦੇ, ਓਏ ਨਹੀਂ ਪ੍ਰਤੱਖ ਨੂੰ ਭੋਗਲ ਪ੍ਰਮਾਣ ਹੁੰਦਾ, ਜੱਗ ਦੇ ਸਾਹਮਣੇ ਜੁਗ ਪਲਟਾ ਜਾਂਦੇ, ਓਏ ਨਹੀਂ ਪ੍ਰਤੱਖ ਨੂੰ ਭੋਗਲ ਪ੍ਰਮਾਣ ਹੁੰਦਾ, ਜੱਗ ਦੇ ਸਾਹਮਣੇ ਜੁਗ ਪਲਟਾ ਜਾਂਦੇ, ਯਾਰੋ ਜੱਗ ਦੇ ਸਾਹਮਣੇ ਜੁਗ ਪਲਟਾ ਜਾਂਦੇ। ਬਸ ਸਾਹਿਬ ਇਹ ਸੱਚ ਹੈ ਚਿੱਟੇ ਦਿਨ ਵਰਗਾ, ਨਹੀਂ ਪ੍ਰਤੱਖ ਨੂੰ ਕਦੇ ਪ੍ਰਮਾਣ ਹੁੰਦਾ, ਜੱਗ ਦੇ ਸਾਹਮਣੇ ਜੁਗ ਪਲਟਾ ਜਾਂਦੇ ਜੀ। ਭੋਗਲ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੀ ਸੁੰਦਰ ਕਵਿਤਾ ਨਾਲ ਹਾਜ਼ਰੀ ਲਵਾਈ। ਉਹਨਾਂ ਮਰਦ ਅਗੰਮੜਿਆਂ ਨੇ, ਉਹਨਾਂ ਦੇ ਪੈਰੋਕਾਰਾਂ ਨੇ ਜੁਗ ਪਲਟਾ ਕਿਹਾ, ਨਹੀਂ ਸਿਰਫ ਉਹਨਾਂ ਨੇ ਬਦਲਾ ਕੇ ਦਿਖਾਇਆ ਦੁਨੀਆ ਦੇ ਸਾਹਮਣੇ, ਦੁਨੀਆ ਮੰਨਦੀ ਆ, ਇਤਿਹਾਸ ਮੰਨਦਾ ਆ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸੁੰਦਰ ਕਵਿਤਾ ਸੀ ਤੁਹਾਡੀ ਜੀ, ਹਾਜ਼ਰੀ ਲਵਾਉਂਦੇ ਰਿਹਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਬਾਲ ਸਾਹਿਬ ਜੀ। ਮੈਂ ਦੋ ਪੰਕਤੀਆਂ 'ਚ ਗੱਲ ਕਰਨੀ ਚਾਹਾਂਗਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਡਾ ਨਾਮ? ਮੇਰਾ ਨਾਮ ਬਲਜਿੰਦਰ ਸਿੰਘ ਹੈ, ਲਿਸਟਰ ਤੋਂ ਬੋਲਦਾ ਜੀ। ਜੀ ਬਲਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਜੀ? ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੀ ਭਾਜੀ, ਜਿੱਦਾਂ ਸਾਡੀ ਜਿਹੜੀ ਕਿਸਾਨ ਯੂਨੀਅਨ ਲੀਡਰਸ਼ਿਪ ਆ, ਸੰਯੁਕਤ ਮੋਰਚੇ 32 ਜਥੇਬੰਦੀਆਂ ਆ ਜੀ, ਬਹੁਤ ਵਧੀਆ ਕੰਮ ਕਰ ਰਹੀਆਂ ਨਾ। ਉਹਨਾਂ ਦੀ ਸਦਕਾ ਹੀ ਇਹ ਜਿਹੜਾ ਕੋਲ ਹੈ ਜੀ ਦੂਰ ਜਾ ਚੁੱਕਾ ਹੈ। ਉਹਨਾਂ ਨੇ ਹੀ ਇਹ ਆਰਡੀਨੈਂਸ ਚੰਗੀ ਤਰ੍ਹਾਂ ਪੜ੍ਹਿਆ ਤੇ ਲੋਕਾਂ ਨੂੰ ਸਮਝਾਇਆ, ਬਹੁਤ ਮਿਹਨਤ ਕੀਤੀ ਉਹਨਾਂ ਨੇ ਜੀ। ਉਹਨਾਂ ਦੀ ਜਿਹੜੀ ਕਿਸਾਨ ਜਥੇਬੰਦੀ ਹੈਗੀ ਆਪਣੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਤੇ ਉਹਨਾਂ ਨੇ 4 ਮਹੀਨੇ ਪੂਰੇ ਹਰਿਆਣਾ ਦੇ ਪਿੰਡਾਂ ਵਿੱਚ ਕਸਬਾਂ ਵਿੱਚ ਦਿਨ ਰਾਤ ਕੀਤਾ ਸੀਗਾ ਲੋਕਾਂ ਨੂੰ ਸਮਝਾਉਣ ਦੇ ਲਈ ਜੀ ਜੀ। ਉਸ ਵੇਲੇ ਜਿਸ ਵੇਲੇ ਪੰਜਾਬ ਦੇ ਕਰੋਨਾ ਦੇ ਨਾਲ ਲੋਕਾਂ ਨੂੰ ਡਰਾ ਕੇ ਅੰਦਰ ਵਾੜਿਆ ਸੀਗਾ, ਇਹ ਉਹਨਾਂ ਦੀ ਪ੍ਰਾਪਤੀ ਆ। ਉਹ ਦੂਜੀ ਗੱਲ, ਉਹ ਦੇਖੋ ਬਾਰ-ਬਾਰ ਕਹਿ ਰਹੇ ਨੌਜਵਾਨੋ ਤੁਸੀਂ ਪੰਜਾਬ ਦੇ ਵਿੱਚ ਰਹਿਣਾ, ਜੇ ਤੁਸੀਂ ਤੁਹਾਨੂੰ ਕੁਛ ਹੋ ਗਿਆ ਸੀ ਜ਼ਮੀਨਾਂ ਕੀ ਕਰਨੀਆਂ ਆ, ਬਾਰ-ਬਾਰ ਕਹਿ ਰਹੇ ਆ, ਪਰ ਕੁਛ ਨੁਕਸਾਨ ਕੀਤਾ 26 ਜਨਵਰੀ ਨੂੰ, ਇਹ ਨਾ ਕਹੋ ਕੁਛ ਨੁਕਸਾਨ ਨਹੀਂ ਹੋਇਆ, ਨੁਕਸਾਨ ਬਹੁਤ ਹੋਣਾ ਸੀ, ਹਜੇ ਤਾਂ ਬਚ ਗਏ ਆ। ਤੇ ਜਿਹੜੇ ਧਾਰਮਿਕ ਰੰਗ ਦੇਣਾ ਚਾਹੁੰਦੇ ਆ, ਜਦੋਂ ਵੀ ਇਹ ਮੋਰਚਾ ਫੇਰ ਹੋਣਾ ਸੀਗਾ ਤਦੇ ਉਹ ਕਹਿੰਦੇ ਸੀ ਕਿ ਤੁਸੀਂ ਇਹ ਸਿਰਫ ਕਿਸਾਨਾਂ ਨਾਲ ਗੱਲ ਕਰੋ, ਨਾ ਕਿ ਧਰਮਾਂ ਦੀ ਗੱਲ ਨਾ ਕਰੋ। ਤੇ 26 ਜਨਵਰੀ ਜੋ ਹੋਇਆ, ਉਹ ਜਿਹੜੇ ਜਿਨ੍ਹਾਂ ਨੇ ਕੰਮ ਕਰਨਾ ਤੋਂ ਕਰ ਗਏ ਦੌੜ ਗਏ ਸੀਗੇ, ਉਹ ਮੁੜ ਕੇ ਆਏ 10-12 ਦਿਨ, ਠੀਕ ਹੈ। ਚਲੋ ਹੁਣ ਉਹਨੇ ਮੋਰਚਾ ਸੰਭਾਲ ਲਿਆ, ਸਾਨੂੰ ਪੂਰੀ ਉਮੀਦ ਆ ਇਹ ਜਿਹੜੀ ਕਿਸਾਨ ਯੂਨੀਅਨ ਲੀਡਰਸ਼ਿਪ ਇੰਨੀ ਪੜ੍ਹੀ ਲਿਖੀ ਆ, ਇਹਨਾਂ ਨੇ ਸਿਰਫ ਸਿੱਖ ਇਤਿਹਾਸ ਹੀ ਨਹੀਂ ਪੜ੍ਹਿਆ ਆ, ਇਹਨਾਂ ਨੇ ਦੁਨੀਆ ਦੇ ਇਤਿਹਾਸ ਦੇ ਜਿੱਥੇ ਇਨਕਲਾਬ ਆਇਆ, ਯੂਨੀਅਨ ਨੇ ਕਿੱਦਾਂ ਲੜਦੇ ਆ ਸਰਮਾਏਦਾਰਾਂ ਨਾਲ, ਉਹ ਸਭ ਜਾਣਦੇ ਆ। ਸੋ ਸਾਨੂੰ ਪੂਰਾ ਭਰੋਸਾ ਹੈ ਭਾਈ ਸਾਹਿਬ, ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਪ੍ਰੋਗਰਾਮ ਬਹੁਤ ਵਧੀਆ ਹੈ ਤੇ ਲੋਕਾਂ ਨੂੰ ਸਾਨੂੰ ਅਸੀਂ ਪੂਰੀ ਸਪੋਰਟ ਕਰਦੇ ਹਾਂ, ਭਾਰਤੀ ਕਿਸਾਨ ਯੂਨੀਅਨ ਸਾਰਿਆਂ ਦੀ, ਸਾਰੇ ਹਿੰਦੁਸਤਾਨ ਦੇ ਵਿੱਚ। ਜੀ ਜੀ ਬਲਜਿੰਦਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਧੰਨਵਾਦ ਜੀ, ਬਹੁਤ ਬਹੁਤ ਜੀ। ਭਗਤ ਰਵਿਦਾਸ ਜੀ ਨੂੰ ਜੇ ਸਹੀ ਤੌਰ ਤੇ ਸ਼ਰਧਾ ਦੇ ਫੁੱਲ ਭੇਟ ਕਰਨੇ ਵਾਸਤੇ ਉਹਨਾਂ ਵੱਲੋਂ ਜਿਹੜਾ ਇੱਕ ਸੰਕਲਪ ਸਿਰਜਿਆ ਗਿਆ, ਬੇਗਮਪੁਰਾ ਗਮਾਂ ਦੁੱਖਾਂ ਤੋਂ ਰਹਿਤ ਸੰਕਲਪ, ਉਹਦੇ ਪਰ ਜੇਕਰ ਅੱਜ ਦੀ ਭਾਸ਼ਾ 'ਚ ਗੱਲ ਕੀਤੀ ਜਾਵੇ, ਸਮਾਜਵਾਦੀ ਜਿਹਨੂੰ ਪ੍ਰਬੰਧ ਕਿਹਾ ਜਾਂਦਾ ਅੱਜ ਦੀ ਭਾਸ਼ਾ ਦੇ ਵਿੱਚ, ਜਿਹਦੇ ਵਿੱਚ ਬਦੀ ਦਾ ਰਾਜ, ਕੋਹੋਜ ਦੀਆਂ ਸ਼ਕਤੀਆਂ, ਭਰਮਾਂ ਤੇ ਅੰਧ ਵਿਸ਼ਵਾਸ ਫੈਲਾਉਣ ਵਾਲੀਆਂ ਤਾਕਤਾਂ ਦੇ ਖਾਤਮੇ ਵੱਲ ਵਧਣਾ ਹੀ ਮਨੁੱਖਤਾ ਦੀ ਸਭ ਤੋਂ ਵੱਡੀ ਤੇ ਚੰਗੀ ਜਿਹੜੀ ਸੇਵਾ ਹੈ। ਉਹਨਾਂ ਦਾ ਜਿਹੜਾ ਸੁਨੇਹਾ ਹੈ, ਅਸੀਂ ਉਹ ਦੋ ਮੈਂ ਪੰਕਤੀਆਂ ਪੜ੍ਹਨੀਆਂ ਚਾਹਾਂਗਾ। ऐसा चाहूँ राज में जहाँ मिले सबन को अन्न, बड़े छोटे सब संबसे रविदास रहे प्रसन्न। ਭਾਵੇਂ ਕਿ ਜਿਹੜਾ ਸੰਕਲਪ ਹੈ ਬੇਗਮਪੁਰੇ ਦਾ, ਇਹਦੀ ਵਿਆਖਿਆ ਲਈ ਸਮਾਂ ਜਿਹੜਾ ਉਹ ਸਾਡੇ ਕੋਲ ਬਹੁਤ ਘੱਟ ਨਹੀਂ ਅਸੀਂ ਕਰ ਸਕਦੇ, ਮਾਫੀ ਚਾਹੁੰਦੇ ਹਾਂ। ਮਦਨਦੀਪ ਸਿੰਘ ਜੀ, ਜਿਵੇਂ ਭੋਗਲ ਜੀ ਨੇ ਗੱਲ ਕੀਤੀ ਸੀ ਅਖੰਡ ਭਾਰਤ ਦੀ, ਉਹ ਖਬਰ ਤੇ ਵੀ ਤੁਸੀਂ ਥੋੜਾ ਚਾਨਣਾ ਪਾਓ ਜੀ। ਮੋਹਨ ਭਾਗਵਤ ਵੱਲੋਂ ਜਿਹੜੀ ਵਕਾਲਤ ਕੀਤੀ ਗਈ ਅਖੰਡ ਭਾਰਤ ਦੀ, ਕਿਵੇਂ ਦੇਖਦੇ ਆਪਣੇ ਦ੍ਰਿਸ਼ਟੀਕੋਣ? ਦੇਖੋ, ਇਹ ਮਹੱਤਵਪੂਰਨ ਗੱਲ ਇਹ ਹੈਗੀ ਹੈ, ਇਹਦੇ ਪਿੱਛੇ ਇੱਕ ਸਾਈਕੋਲੋਜੀ ਜਿਹੜੀ ਸਮਝਣ ਦੀ ਲੋੜ ਹੈਗੀ ਹੈ ਜੀ, ਜਾਂ ਇੱਕ ਰਾਜਨੀਤੀ ਸਮਝਣ ਦੀ ਲੋੜ ਹੈਗੀ ਹੈ। ਉਹ ਇਹ ਹੈ ਕਿ ਮੋਹਨ ਭਾਗਵਤ ਨੇ ਹਿੰਦੂ ਰਾਸ਼ਟਰ ਦਾ ਨਾਅਰਾ ਦਿੱਤਾ ਜੀ, ਹਮੇਸ਼ਾ ਹਿੰਦੂ ਰਾਸ਼ਟਰ ਦੀ ਵਕਾਲਤ ਕਰਦੇ ਰਹੇ ਆ, ਔਰ ਭਾਰਤੀ ਜਨਤਾ ਪਾਰਟੀ ਨੂੰ ਬਕਾਇਦਾ ਤੌਰ ਤੇ ਡਾਇਰੈਕਸ਼ਨ ਵੀ ਇਸੇ ਗੱਲ ਦੀ ਆਉਂਦੀ ਰਹੀ ਸਰਕਾਰ ਨੂੰ ਜੀ ਕਿ ਅਸੀਂ ਕਿਵੇਂ ਹਿੰਦੂ ਰਾਸ਼ਟਰ ਵੱਲ ਵਧਣਾ ਹੈ। ਔਰ ਮਜ਼ੇ ਦੀ ਗੱਲ ਇਹ ਆ ਵੀ ਹਿੰਦੂ ਰਾਸ਼ਟਰ ਦਾ ਨਾਅਰਾ ਛੱਡ ਕੇ ਤੇ ਹੁਣ ਅਖੰਡ ਭਾਰਤ ਦੀ ਗੱਲ ਕਰ ਰਹੇ ਆ ਜੀ। ਭਾਵੇਂ
ਪੈਟਰਨ ਉਹੀ ਹੈ, ਕਿਉਂਕਿ ਉਹ ਕਹਿੰਦੇ ਆ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਮਤਲਬ ਕਿ ਇਹ ਤਾਂ ਤਰੱਕੀ ਕਰ ਸਕਦਾ ਹੈ ਇਹ ਖਿੱਤਾ ਜਿਹਦੇ ਵਿੱਚ ਪਾਕਿਸਤਾਨ ਜਿਹੜੇ ਉਹਨਾਂ ਦੇ ਕਹਿਣ ਦਾ ਭਾਵ ਇਹ ਆ ਜਿਹੜੇ ਹਿੰਦੁਸਤਾਨ ਨੂੰ ਪਹਿਲਾਂ ਛੱਡ ਕੇ ਅਲੱਗ ਮੁਲਕ ਬਣੇ ਆ ਉਹਨਾਂ ਦੀ ਹਾਲਤ ਬਹੁਤ ਖਰਾਬ ਆ। ਅੱਛਾ, ਭਾਰਤ ਦੀ ਹਾਲਤ ਉਹ ਕਹਿੰਦੇ ਚੰਗੀ ਹੈ, ਉਹਨਾਂ ਦੀ ਖਰਾਬ ਆ ਜੀ, ਤੇ ਉਹ ਤਾਂ ਹੀ ਉਹਨਾਂ ਦੀ ਹਾਲਤ ਬਿਹਤਰ ਹੋ ਸਕਦੀ ਹੈ ਕਿ ਉਹ ਵਾਪਸ ਆਉਣ ਫਿਰ ਭਾਰਤ ਵਿੱਚ, ਤੇ ਫਿਰ ਉਹੀ ਅਖੰਡ ਭਾਰਤ ਜਿਹੜਾ ਪਹਿਲਾਂ ਵਾਲਾ ਭਾਰਤ ਹੈਗਾ ਉਹੀ ਦੁਬਾਰਾ ਤੋਂ ਬਣੇ। ਜੀ ਮਦਨਦੀਪ ਸਿੰਘ ਜੀ, ਅਸੀਂ ਕਾਲ ਲੈਣਾ ਚਾਹੁੰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ, ਤੁਹਾਡਾ ਨਾਮ? ਸਤਿ ਸ੍ਰੀ ਅਕਾਲ ਜੀ, ਮੇਰਾ ਬਲਬੀਰ ਸਿੰਘ ਨਾਂ ਹੈ ਜੀ, ਮੈਂ ਅੱਗੇ ਵੀ ਕਈ ਵਾਰ ਕਾਲ ਕਰਦਾ ਹਾਂ ਜੀ। ਸਵਾਗਤ ਹੈ ਜੀ। ਹਾਂਜੀ, ਮੇਰਾ ਇੱਕ ਛੋਟੀ ਜਿਹੀ ਬਸ ਬੇਨਤੀ ਹੈ ਕਿ ਮੈਂ ਜਿਹੜਾ ਲਾਸਟ ਕਾਲਰ ਕਰਕੇ ਗਿਆ ਜੀ, ਤਾਂ ਇੱਕ ਜਿਹੜਾ ਇੰਟਰਵਿਊ ਤੋਂ ਪਹਿਲਾਂ ਕਾਲਰ ਕਰਕੇ ਗਿਆ, ਇਹ ਜਿਹੜੀ ਦੋਨਾਂ ਦੀ ਜਿਹੜੀ ਕੋਈ ਗੱਲ ਸੀ, ਇਹ ਗੱਲ ਉਹਨਾਂ ਨੇ 100% ਮੈਂ ਸਰ ਉਹਨਾਂ ਨਾਲ ਕਲੀਅਰ ਹੋ ਰਿਹਾ, ਮੈਂ ਛੇਤੀ ਬੰਦ ਕਰ ਦੇਣਾ ਜੀ, ਕਿਉਂਕਿ ਜਿਹੜਾ ਉਹਨੇ ਇਹ ਜਿਹੜੀ ਗੱਲ ਕਹੀ ਆ ਕਿ ਜਦੋਂ ਲੋਕ ਘਰਾਂ ਦੇ ਸਾਰੇ ਨਿਆਣੇ ਸਿਆਣੇ ਸਾਰੇ ਆਪਣੇ ਉਹ ਮਿਹਨਤ ਕਰਦੇ ਸੀਗੇ, ਆਪਾਂ ਕਿੱਦਾਂ ਇਸ ਨੂੰ ਲਿਜਾ ਕੇ ਅੱਗੇ ਆਪਾਂ ਕਿੱਦਾਂ ਜਿੱਤਣਾ, ਇਸ ਪ੍ਰੋਗਰਾਮ ਨੂੰ ਆਪਾਂ ਕਿੱਦਾਂ ਅੱਗੇ ਕਰਕੇ ਇਹਨੂੰ ਜਿੱਤਣਾ, ਉਹ ਮਿਹਨਤ ਕਰਕੇ ਬਾਹਰ ਨਿਕਲੇ ਨੇ ਵਰਲਡ ਕਲਾਸ ਤਾਈਂ ਉਹ ਵਿਚਾਰ ਬਾਹਰ ਕੇ ਨਿਕਲ ਦੋ, ਐਵੇਂ ਕਿਤੇ ਮਾੜੇ ਮੋਟੇ ਬੰਦੇ ਨਹੀਂ ਆ। ਇਸ ਕਰਕੇ ਮੇਰਾ ਉਹਨਾਂ ਨਾਲ ਕੀ ਆ ਕਿ ਆਪਾਂ ਉਹਨਾਂ ਨੂੰ ਸਾਰੇ ਫਾਲੋ ਕਰੀਏ ਕਿ ਆਪਣੀ ਹੋਰ ਪਾਰਟੀ ਕ੍ਰਿਕਟ ਸਾਈਡ ਜਿਹੜੀ ਅੱਗੇ ਨੂੰ ਬੰਦ ਕਰਕੇ ਮਤਲਬ ਕਿ ਉਹ ਉਹਦੇ ਨਾਲ ਜਿੱਤ ਸਕਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ ਬਲਜੀਤ ਸਿੰਘ ਜੀ, ਕੀਮਤੀ ਵਿਚਾਰ ਦੇਣ ਲਈ ਜੀ। ਤੁਸੀਂ ਬਲਬੀਰ ਸਿੰਘ ਉਹਨਾਂ ਦੀ ਗੱਲ ਤੇ ਵੀ ਮੈਂ ਥੋੜੀ ਜਿਹੀ ਗੱਲ ਪਹਿਲਾਂ ਕਰਨੀ ਚਾਹਣਾ ਆ। ਉਹਨਾਂ ਨੇ ਕਾਲ ਕੀਤੀ ਹੈ, ਇਹ ਬਿਲਕੁਲ ਠੀਕ ਗੱਲ ਹੈ, ਸਹਿਮਤ ਹੈ ਅਸੀਂ ਵੀ। ਸਾਡੇ ਵੀ ਜਿਹੜੇ ਦੇਖੋ ਸਟਾਫ ਪੂਰਾ ਲੱਗਿਆ ਹੋਇਆ, ਰਿਪੋਰਟਰ ਲੱਗੇ ਹੋਏ ਆ ਫੀਲਡ 'ਚ ਜਾ ਕੇ ਵੀ ਇਹ ਕਿਸਾਨ ਮੋਰਚਾ ਕਿਵੇਂ ਸਫਲ ਹੋਵੇ, ਬੜਾ ਕੁਝ ਜੁੜਿਆ ਹੋਇਆ ਇਹਦੇ ਨਾਲ ਲੋਕਾਂ ਦੇ ਜੀਵਨ ਜੁੜਿਆ ਹੈ, ਪੂਰੇ ਹਿੰਦੁਸਤਾਨ ਦਾ ਜੀਵਨ ਜੁੜਿਆ ਹੋਇਆ ਹੈ, ਔਰ ਸਫਲ ਹੋਣਗੇ, ਕੋਈ ਇਹਦੇ 'ਚ ਫਿਕਰ ਵਾਲੀ ਗੱਲ ਨਹੀਂ ਹੈਗੀ। ਪੰਜਾਬ ਦੇ ਵਿੱਚ ਇਹੋ ਜਿਹਾ ਹੋ ਵੀ ਕੁਛ ਨਹੀਂ ਰਿਹਾ ਜਿਵੇਂ ਫਿਕਰ ਕਰ ਰਹੇ ਆ ਨਾ ਵੀ ਲੱਖੇ ਸਿਧਾਣੇ ਨੇ ਜੇ ਮਹਾਰਾਜ 'ਚ ਰੈਲੀ ਕਰ ਲਈ ਤਾਂ ਪਤਾ ਨਹੀਂ ਕੀ ਹੋ ਜਾਊਗਾ, ਇੱਦਾਂ ਦਾ ਕੁਝ ਨਹੀਂ ਜੀ। ਉਹਨੇ ਆਪ ਹੀ ਕਿਹਾ ਆ ਵੀ ਅਸੀਂ ਅਗਵਾਈ ਜਿਹੜੀ ਹੈ, ਅਸੀਂ ਅਗਵਾਈ ਆਪਣੇ ਜਿਹੜੇ ਸਾਡੇ ਵੱਡੇ ਜਿਹੜੇ ਲੀਡਰ ਆ ਅਸੀਂ ਉਹਨਾਂ ਦੀ ਅਗਵਾਈ 'ਚ ਚੱਲਾਂਗੇ। ਉਹਨਾਂ ਨੇ ਇੱਕ ਗੱਲ ਸਪਸ਼ਟ ਵੀ ਕਰ ਦਿੱਤੀ ਹੈ, ਤੇ ਮੋਦੀ ਸਰਕਾਰ ਨੇ ਵੀ ਬੜਾ ਯਤਨ ਕਰ ਲਿਆ ਆ ਇਸ ਮੋਰਚੇ ਨੂੰ ਫੇਲ ਕਰਨ ਲਈ, ਇਸ ਸੰਘਰਸ਼ ਨੂੰ ਫੇਲ ਕਰਨ ਲਈ, ਇਸ ਘੋਲ ਨੂੰ ਫੇਲ ਕਰਨ ਲਈ, ਪਰ ਉਹ ਨਹੀਂ ਸਫਲ ਹੋਏ ਔਰ ਸਫਲ ਨਹੀਂ ਹੋਣਗੇ। ਫਿਕਰ ਕਰਨ ਦੀ ਲੋੜ ਨਹੀਂ, ਕਿਸਾਨ ਘੋਲ ਜਿਹੜਾ ਚੱਲ ਰਿਹਾ ਜਿੱਤ ਕੇ ਵਾਪਸ ਆਊਗਾ। ਹੁਣ ਦੂਜੀ ਗੱਲ ਅਸੀਂ ਕਰ ਰਹੇ ਸੀ ਅਖੰਡ ਭਾਰਤ ਦੀ ਜੀ। ਮੈਂ ਕਹਿ ਰਿਹਾ ਸੀ ਕਿ ਤੁਸੀਂ ਰਾਜਨੀਤੀ ਜਿਹੜੀ ਇਹਦੇ ਪਿੱਛੇ ਹੈਗੀ ਉਹਨੂੰ ਸਮਝਣ ਦਾ ਯਤਨ ਕਰੋ ਕਿ ਪਹਿਲਾਂ RSS ਮੋਹਨ ਭਗਵਤ ਹੋਣੀ ਹਿੰਦੂ ਰਾਸ਼ਟਰ ਦਾ ਨਾਰਾ ਦੇ ਰਹੇ ਸੀ ਜੀ, ਔਰ ਬੜੇ ਦਲੇਰੀ ਨਾਲ ਇਹ ਗੱਲ ਕਹਿ ਰਹੇ ਸੀ। ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਇਹਨਾਂ ਨੇ ਬਿਆਨਬਾਜ਼ੀ ਸ਼ੁਰੂ ਕਰਤੀ ਸੀ ਜੀ ਕਿ ਹਿੰਦੂ ਰਾਸ਼ਟਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ, ਔਰ ਇਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵਿੱਚੋਂ ਵੀ ਇਹ ਆਵਾਜ਼ਾਂ ਸੁਣ ਰਹੀਆਂ ਸੀ। ਔਰ ਜਿਹੜੀ ਉਹਨਾਂ ਦੀ ਸਰਕਾਰ ਦੀ ਜਿਹੜੀ ਕਾਰਜਸ਼ੈਲੀ ਹੈ ਮੋਦੀ ਸਰਕਾਰ ਦੀ, ਉਹਦੇ ਵਿੱਚੋਂ ਵੀ ਇਹ ਸੰਕੇਤ ਮਿਲਦੇ ਸੀ ਜੀ ਕਿ ਕਿੱਧਰ ਨੂੰ ਵੱਧ ਰਿਹਾ ਹੈ ਦੇਸ਼। ਹਾਲੇ ਤੱਕ ਵੀ ਉਵੇਂ ਹੀ ਹੈ ਸਾਰਾ ਕੁਝ, ਪਰੰਤੂ ਆ ਜਿਹੜੀ ਇੱਕ ਨਵੀਂ ਅਖੰਡ ਭਾਰਤ ਦੀ ਗੱਲ ਆਈ ਹੈ, ਹਾਲਾਂਕਿ ਮੈਂ ਇਹਨੂੰ ਵੀ ਕੋਈ ਵੱਖਰੀ ਨਹੀਂ ਉਹਦੇ ਤੋਂ ਸਮਝਦਾ, ਜਿਹੜੀ ਰਾਜਨੀਤੀ ਇਹਦੇ ਵਿੱਚ ਹੈ ਉਹ ਉਹੀ ਹੈ ਹਿੰਦੂ ਰਾਸ਼ਟਰ ਵਾਲੀ, ਪਰ ਹੁਣ ਥੋੜਾ ਜਿਹਾ ਭਾਸ਼ਾ ਬਦਲ ਲਈ ਉਹਨਾਂ ਨੇ। ਭਾਸ਼ਾ ਇਸ ਕਰਕੇ ਬਦਲੀ ਹੈ, ਇਹ ਪਤਾ ਲੱਗ ਗਿਆ ਕਿ ਜਿਹੜਾ ਇਹਨਾਂ ਦਾ ਇਹ ਨਾਰਾ ਸੀ ਉਹ ਹਿੰਦੁਸਤਾਨੀਆਂ ਨੇ ਪ੍ਰਵਾਨ ਨਹੀਂ ਕੀਤਾ ਜੀ। ਕੱਲਾ ਇਹ ਨਹੀਂ ਕਿ ਉਹਨਾਂ ਨੇ ਤਾਂ ਹਿੰਦੂਆਂ ਤੋਂ ਕਰਾਉਣਾ ਸੀ ਨਾ, ਹਿੰਦੂ ਭਾਈਚਾਰੇ ਨੂੰ ਕਹਿਣਾ ਸੀ ਵੀ ਤੁਸੀਂ ਸਾਡਾ ਇਹ ਨਾਰਾ ਪ੍ਰਵਾਨ ਕਰੋ ਤੇ ਸਾਡੇ ਪਿੱਛੇ ਲੱਗੋ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਬਕਵਾਸ ਕਰ ਰਿਹਾ, ਸਾਡਾ ਧਿਆਨ ਹਟਾ ਰਹੇ ਆ, ਸਾਨੂੰ ਜਿਹੜੀਆਂ ਸਾਡੀਆਂ ਮੂਲ ਸਮੱਸਿਆਵਾਂ ਆ ਉਹ ਹੋਰ ਜਟਲ ਹੋ ਰਹੀਆਂ, ਇਹ ਸਾਡਾ ਦਿਮਾਗ ਜਿਹੜਾ ਹੈਗਾ ਇਹ ਉਲਝਾ ਰਹੇ ਆ, ਲੋਕ ਸਮਝ ਗਏ ਹਿੰਦੁਸਤਾਨ ਦੇ ਜੀ। ਇਸ ਕਰਕੇ ਇਹਨਾਂ ਨੂੰ ਹੁਣ ਇਹ ਨਾਰਾ ਦੇਣਾ ਪੈ ਰਿਹਾ ਹੈ ਕਿ ਅਸੀਂ ਜਿਹੜੇ ਸਾਡੇ ਨਾਲੋਂ ਟੁੱਟ ਕੇ ਗਏ ਆ ਉਹ ਸੁਖੀ ਨਹੀਂ ਹੈਗੇ, ਉਹ ਸਾਡੇ ਵਿੱਚ ਆਉਣਗੇ ਤਾਂ ਸੁਖੀ ਹੋਣਗੇ। ਅਸੀਂ ਅਖੰਡ ਭਾਰਤ ਬਣਾਉਣਾ ਆ, ਔਰ ਉਹਦੀ ਅਗਵਾਈ ਜਿਹੜੀ ਕਰਨੀ ਹੈ ਉਹ ਹਿੰਦੂ ਭਾਈਚਾਰਾ ਕਰੇਗਾ ਜੀ, ਇਹੀ ਲੀਡਰਸ਼ਿਪ ਕਰੇਗੀ ਜਿਹੜੀ ਹੁਣ ਹੈਗੀ ਹੈ। ਉਹ ਇਹ ਕਹਿ ਰਿਹਾ ਨਾਲ ਦੇ ਨਾਲ ਹੀ, ਜਿਹੜੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਸੰਭਵ ਹੋ ਨਹੀਂ ਸਕਦੀ। ਅਖੰਡ ਭਾਰਤ ਵਿੱਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਜੇ ਅਖੰਡ ਭਾਰਤ ਤੁਸੀਂ ਕਹਿ ਰਹੇ ਹੋ ਤਾਂ ਉਹਦਾ ਮੂਲ ਸਿਧਾਂਤ ਕੀ ਹੋਊਗਾ? ਮੂਲ ਸਿਧਾਂਤ ਤਾਂ ਭਾਈਚਾਰਾ ਹੋਣਾ ਚਾਹੀਦਾ ਨਾ, ਡੈਮੋਕ੍ਰੈਟਿਕ ਸਿਸਟਮ ਹੋਣਾ ਚਾਹੀਦਾ ਆ। ਪਰ ਜੇ ਤੁਸੀਂ ਨਾਲ ਹੀ ਆਹ ਗੱਲ ਕਹਿ ਰਹੇ ਹੋ ਕਿ ਉਹਦੀ ਅਗਵਾਈ ਤਾਂ ਸਾਡਾ ਹੀ ਜਿਹੜੀ ਹਿੰਦੂ ਲੀਡਰਸ਼ਿਪ ਉਹ ਕਰੇਗੀ ਜੀ,
ਤਾਂ ਫਿਰ ਤੁਸੀਂ ਜਿਹੜਾ ਮੂਲ ਸਿਧਾਂਤ ਹੈ ਅਖੰਡਤਾ ਦਾ ਉਹਨੂੰ ਤਾਂ ਪਹਿਲਾਂ ਹੀ ਖੰਡਿਤ ਕਰੀ ਬੈਠੇ ਹੋ ਜੀ। ਸੋ ਇਹ ਬਿਲਕੁਲ ਇਹ ਬਕਵਾਸ ਮਤਲਬ ਗੱਲ ਹੈਗੀ ਹੈ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਬਿਲਕੁਲ ਹੀ। ਇਹ ਕਹਿੰਦੇ ਆ ਕਿ ਇਹਨਾਂ ਨੇ ਵਿੱਚ ਆਪਣੀ ਗੱਲ ਦੀ ਇੱਕ ਹੋਰ ਗੱਲ ਕਹੀ ਹੈ ਕਿ ਇਹ ਜਿਹੜਾ ਅਖੰਡ ਭਾਰਤ ਬਣ ਕੇ ਰਹੇਗਾ ਤੇ ਉਹਦੇ ਲਈ ਐਗਜ਼ਾਮਪਲ ਕੀ ਦੇ ਰਿਹਾ, ਉਦਾਹਰਨ ਕੀ ਦੇ ਰਿਹਾ? ਉਦਾਹਰਨ ਦੇ ਰਿਹਾ ਇੱਕ ਨਹਿਰੂ ਨਾਲ ਵਾਪਰੀ ਘਟਨਾ ਦੀ ਜਿਹੜੀ ਕਿ ਇਤਿਹਾਸ ਦੇ ਵਿੱਚ ਦਰਜ ਆ। ਉਹ ਇਹ ਆ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਜਦੋਂ ਹਿੰਦੁਸਤਾਨ ਇੱਕ ਸੀ, ਪਾਕਿਸਤਾਨ ਨਹੀਂ ਸੀ ਬਣਿਆ, ਉਦੋਂ ਨਹਿਰੂ ਸਾਹਿਬ ਨੇ ਕਿਸੇ ਨੇ ਪੁੱਛਿਆ ਜੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਕਿ ਕੀ ਪਾਕਿਸਤਾਨ ਬਣ ਰਿਹਾ? ਤਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਗੱਲ ਕਹੀ ਸੀ ਕਿ ਇਹ ਮੂਰਖ ਲੋਕਾਂ ਦਾ ਸੁਪਨਾ ਆ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਪਾਕਿਸਤਾਨ ਬਣੇਗਾ ਜੀ। ਹੁਣ ਮੋਹਨ ਭਗਵਤ ਜੀ ਇਹ ਗੱਲ ਕਹਿ ਰਿਹਾ ਕਿ ਨਹਿਰੂ ਸਾਹਿਬ ਇਸ ਗੱਲ ਨੂੰ ਬਕਵਾਸ ਮੰਨਦੇ ਸੀ ਤੇ ਪਾਕਿਸਤਾਨ ਬਣ ਗਿਆ। ਇਹ ਮੂਰਖਾਂ ਦਾ ਨਾਰਾ ਮੰਨਦੇ ਸੀ, ਪਾਕਿਸਤਾਨ ਬਣ ਗਿਆ। ਹੁਣ ਕਹਿੰਦਾ ਕੁਝ ਲੋਕ ਮੈਨੂੰ ਵੀ ਕਹਿਣਗੇ ਕਿ ਮੈਂ ਮੂਰਖ ਹਾਂ ਪਰ ਅਖੰਡ ਭਾਰਤ ਬਣੂਗਾ। ਹੁਣ ਇਹ ਗੱਲ ਕਹਿ ਰਹੇ ਆ। ਔਰ ਜੇ ਅਖੰਡ ਭਾਰਤ ਬਣਦਾ ਆ ਤਾਂ ਅਖੰਡ ਭਾਰਤ ਬਣਾਉਣ ਵਾਲਾ ਮੋਹਨ ਭਗਵਤ ਹੈ ਨਹੀਂ ਜੀ। ਪਹਿਲੀ ਗੱਲ ਇਹ ਆ। ਅਖੰਡ ਭਾਰਤ ਬਣੂਗਾ ਤਾਂ ਫਿਰ ਲੋਕ ਆਪ ਅਖੰਡ ਭਾਰਤ ਬਣਾਉਣਗੇ, ਲੋਕ ਆਪ ਇੱਕ ਹੋਣਗੇ ਜੀ। ਲੋਕ ਚਾਹੇ ਉਹ ਕੋਈ ਜਿਹੜੇ ਮਰਜ਼ੀ ਧਰਮ ਦਾ ਹੋਵੇ ਤੇ ਜਿਹੜੇ ਮਰਜ਼ੀ ਮੁਲਕ ਦਾ ਹੋਵੇ, ਲੋਕਾਂ ਨੇ ਦੀਵਾਰਾਂ ਆਪ ਤੋੜਨੀਆਂ ਜੀ। ਸਰਹੱਦਾਂ ਤੇ ਜਿਹੜੇ ਇਹਨਾਂ ਨੇ ਕੰਡਿਆਲੀਆਂ ਤਾਰਾਂ ਲਾਈਆਂ ਹੋਈਆਂ, ਲੋਕ ਆਪ ਫਿਰ ਉਹਨਾਂ ਨੂੰ ਲਾਂਭੇ ਕਰਨਗੇ। ਇਹ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਹੋਊਗਾ ਕਦੇ ਵੀ, ਆਪ ਕਰਨਗੇ ਉਹ। ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮਨੁੱਖੀ ਹਤੈਸ਼ੀ ਜਿਹੜੇ ਗੱਲਾਂ ਹੁੰਦੀਆਂ ਨਾ ਮਨੁੱਖਾਂ ਦੇ ਵਿੱਚ ਝੋਟਦੇ ਹੁੰਦੀਆਂ, ਇਹਦੇ 'ਚ ਰਾਜਨੀਤੀ ਇਹਨਾਂ ਦੀ ਕੁਛ ਨਹੀਂ ਕਰ ਸਕੂਗੀ। ਇਹ ਤਾਂ ਹਿੰਦੂ ਰਾਸ਼ਟਰ ਬਣਾਉਂਦੇ ਹੋਰ ਪਾਸੇ ਤੁਰ ਪਏ ਆ ਜੀ। ਇਹਨਾਂ ਨੂੰ ਪਤਾ ਲੱਗ ਗਿਆ ਵੀ ਹਿੰਦੂ ਰਾਸ਼ਟਰੀ ਸਵੀਕਾਰ ਨਹੀਂ ਹੋ ਰਿਹਾ ਤੇ ਇਹਨਾਂ ਦੇ ਦੂਜੇ ਨਾਰੇ ਕਿੱਥੋਂ ਸਵੀਕਾਰ ਹੋਣਗੇ। ਮਦਨਦੀਪ ਸਿੰਘ ਜੀ, ਸਾਡੇ ਕੋਲ 2 ਜਾਂ 3 ਮਿੰਟ ਨੇ। ਅਸੀਂ ਇੱਕ ਆਖਰੀ ਵਿਸ਼ਾ, ਭਾਵੇਂ ਕਿ ਲੰਬਾ ਪਰ ਥੋੜੇ ਜਿਹੇ ਸੰਖੇਪ ਵਿੱਚ ਤੁਸੀਂ ਦੱਸ ਸਕਦੇ ਆ ਬਜਟ ਦੇ ਬਾਰੇ। 1 ਤੋਂ 10 ਮਾਰਚ ਜਿਹੜਾ ਬਜਟ ਆ ਇੱਕ ਸਾਲ ਰਹਿ ਗਿਆ ਜੀ ਪੰਜਾਬ ਸਰਕਾਰ ਦੇ ਵਿੱਚ, ਕੈਪਟਨ ਸਰਕਾਰ ਦਾ। ਕਿਵੇਂ ਵੇਖਦੇ ਹੋ ਜੀ? ਦੇਖੋ, ਬਜਟ ਆਖਰੀ ਬਜਟ ਹੈਗਾ ਇਸ ਸਰਕਾਰ ਦਾ, ਕੈਪਟਨ ਸਰਕਾਰ ਦਾ। ਔਰ ਆਮ ਕਿਆਸ ਇਹ ਲਾਇਆ ਜਾ ਰਿਹਾ ਇਹਦੇ ਵਿੱਚ ਇੱਕ ਕਿਸਾਨਾਂ ਦਾ ਜਿਹੜਾ ਮਾਮਲਾ ਹੈਗਾ ਜੀ, ਉਹਦੇ ਤੋਂ ਅਛੂਤਾ ਨਹੀਂ ਰਹਿਣਾ ਬਜਟ। ਇਹ ਕੁਝ ਗੱਲਾਂ, ਹਾਲਾਂਕਿ ਬਜਟ ਦਾ ਮਾਮਲਾ ਬੜਾ ਸੀਕ੍ਰੇਟ ਹੁੰਦਾ, ਪਰ ਕੁਝ ਗੱਲਾਂ ਜਿਹੜੀਆਂ ਆਈਆਂ ਬਾਹਰ ਜਾਂ ਜਿਹੜੇ ਕਿਆਸ ਲਾਏ ਜਾ ਰਹੇ ਉਹ ਇਹ ਲਾਏ ਜਾ ਰਹੇ ਕਿ ਜਿਹਦੇ ਵਿੱਚ ਕਿਸਾਨ ਜਿਹੜੇ ਮਾਰੇ ਗਏ ਆ ਇਸ ਘੋਲ ਦੇ ਦੌਰਾਨ, ਉਹਨਾਂ ਦੇ ਪਰਿਵਾਰਾਂ ਨੂੰ ਕੁਝ ਮਾਲੀ ਮਦਦ ਇਸ ਬਜਟ ਵਿੱਚ ਰੱਖੀ ਜਾ ਸਕਦੀ ਹੈ। ਕਿਉਂਕਿ ਇਹ ਮਾਮਲਾ ਇਸ ਕਰਕੇ ਵੀ ਬੜਾ ਮਹੱਤਵਪੂਰਨ ਹੈਗਾ ਕਿ ਕੇਂਦਰ ਸਰਕਾਰ ਮੁਨਕਰ ਹੋ ਚੁੱਕੀ ਹੈ। ਉਹ ਤੇ ਕਹਿੰਦੇ ਸਾਡੇ ਕੋਲ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਕੇਸ ਹੀ ਹੈ ਨਹੀਂ, ਸਾਡੇ ਕੋਲ ਕੋਈ ਨਾਂ ਹੀ ਦਰਜ ਹੈ ਨਹੀਂ, ਕੋਈ ਲਿਸਟ ਹੈ ਨਹੀਂ ਵੀ ਕਿੰਨੇ ਕਿਸਾਨ ਮਰੇ ਆ, ਕੀ ਹੋਇਆ। ਹਰਿਆਣਾ ਸਰਕਾਰ ਨੇ ਵੀ ਮਤਲਬ ਬੜੀ ਹਾਸੋ ਹੀ ਨਹੀਂ, ਮੰਤਰੀ ਨੇ ਕਹਿ ਦਿੱਤਾ ਸੀ ਇੱਕ ਕਿਸਾਨ ਦੀ ਮੌਤ ਹੁੰਦੀ ਹੈ ਤਾਂ ਉਹ ਕਹਿੰਦਾ ਘਰ ਕਿਉਂ ਨਹੀਂ ਮਰਦੇ ਜੀ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜੇ ਪੰਜਾਬ ਸਰਕਾਰ ਇਹਨਾਂ ਕਿਸਾਨਾਂ ਲਈ ਕੁਝ ਕਰਦੀ ਹੈ ਤਾਂ ਇਹ ਬੜਾ ਸਵਾਗਤਯੋਗ ਕੰਮ ਹੋਵੇਗਾ, ਬਜਟ ਵਿੱਚ ਹੋਣਾ ਚਾਹੀਦਾ ਹੈ ਜੀ। ਬਾਕੀ ਹੋਰ ਬਹੁਤ ਕੁਝ ਹੈਗਾ ਬਜਟ ਦੇ ਉੱਪਰ, ਅਸੀਂ ਲੰਬੀ ਗੱਲਬਾਤ ਕਰਾਂਗੇ ਫਿਰ ਅੱਗੇ ਜਾ ਕੇ। ਇਜਾਜ਼ਤ ਨਹੀਂ ਦੇ ਰਿਹਾ ਮਦਨਦੀਪ ਸਿੰਘ ਜੀ। ਇਹ ਵੀ ਦਿਲਚਸਪ ਹੋਵੇਗਾ ਕਿ ਜਿਹੜਾ ਮੈਨੂਫੈਸਟੋ ਦੇ ਵਿੱਚ ਪੰਜਾਬ ਗੌਰਮੈਂਟ ਨੇ ਕਿਹਾ ਸੀ ਉਹ ਪੂਰਾ ਨਹੀਂ ਕਰ ਸਕੀ 4 ਸਾਲਾਂ ਦੇ ਵਿੱਚ। ਦਿਲਚਸਪ ਹੋਵੇਗਾ ਕੀ ਕੁਝ ਬਜਟ ਦੇ ਵਿੱਚ ਪੇਸ਼ ਹੁੰਦਾ। ਇਸ ਵੇਲੇ ਜਿਹੜਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਜੀ, ਲੰਬੀ ਬਹਿਸ ਹੈ, ਬਾਅਦ ਚ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ। ਇਸ ਵੇਲੇ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਖਿਮਾ ਦੇ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।